चलो करिए स्टार्ट इनू। देखो इधर इस सब तो पहला एक्सपैरीमेंट आप पढ़ना गीगर एंड मार्स्टन। गीगर एंड मार्स्टन एक्सपैरीमेंट। ਇਹਦੀ ਡਾਇਗਰਾਮ देख लो। ਇਹ 'ਚ ਆਪਾਂ ਐਟਮ ਦੀ ਸਟੱਡੀ ਕਰਨੀ ਵੀ ਐਟਮ ਦੀ ਸ਼ੇਪ ਕਿੱਦਾਂ ਦੀ ਹੁੰਦੀ ਆ, ਨਿਊਕਲੀਅਸ ਹੁੰਦਾ, ਇਲੈਕਟ੍ਰੋਨ ਕਿੱਥੇ ਘੁੰਮਦੇ ਆ, ਸਾਰਾ ਕੁਝ ਇਹ 'ਚ ਪਤਾ ਲੱਗੂਗਾ। ਤੁਸੀਂ ਸੁਣਿਆ ਹੋਣਾ ਰੁਦਰਫੋਰਡ ਅਲਫਾ ਰੇ ਸਕੈਟਰਿੰਗ ਐਕਸਪੈਰੀਮੈਂਟ, ਠੀਕ ਆ। ਗੀਗਰ ਤੇ ਮਾਰਸਟਨ ਦੋਨੋਂ ਸਟੂਡੈਂਟ ਹੀ ਰੁਦਰਫੋਰਡ ਦੇ। ਇਹਨਾਂ ਨੇ ਐਕਸਪੈਰੀਮੈਂਟ ਪਹਿਲੋਂ ਪਰਫੋਰਮ ਕੀਤਾ ਹੈ, ਪਰ ਕ੍ਰੈਡਿਟ ਕਿਹਨੂੰ ਜਾਂਦਾ? ਰੁਦਰਫੋਰਡ ਨੂੰ। ਉਹ ਐਕਸਪੈਰੀਮੈਂਟ ਕਰਨਾ ਜਿਹੜਾ ਜੂਨੀਅਰ ਕਲਾਸਿਸ ਕਿਤੇ ਤੁਸੀਂ ਦੇਖਿਆ ਹੋਣਾ, ਅਲਫਾ ਰੇ ਸਕੈਟਰਿੰਗ ਐਕਸਪੈਰੀਮੈਂਟ। देखो ध्यान ना, जे अगे तुहानूं ये चीज़ां नहीं पता ब्लॉक लिया रेडियो एक्टिव ब्लॉक, रेडियो एक्टिव ब्लॉक, इहदे विच एक सबसटांस रखिया रेडियो एक्टिव सबसटांस, एक टुकड़ा जिहा वा जिहदे विच किन्नू कैरी कीता वा? रेडियो एक्टिव सबसटांस। ते ये रेडियो एक्टिव सबसटांस किहड़ा वा? बिस्मथ। बिस्मथ बिस्मथ बारे याद रख लिओ, इहदा सिंबल हुंदा BI, इहदा एटॉमिक नंबर हुंदा 83 ते इहदा एटॉमिक मास हुंदा 214। ठीक है, ये बड़ा हैवी हुंदा 214। ਇਹਦਾ ਐਟੋਮਿਕ ਮਾਸ ਹੈ ਤੇ ਐਟੋਮਿਕ ਨੰਬਰ ਇਹਦਾ ਹੈਗਾ 83। ਇਹ ਬਿਸਮਥ ਜੀ। ਇਹ ਕਿਹੜਾ ਸਬਸਟੈਂਸ ਕਿਹਾ? ਰੇਡੀਓ ਐਕਟਿਵ। ਇਹਦੇ ਵਿੱਚੋਂ ਰੇਡੀਏਸ਼ਨਸ ਆਪਣੇ ਆਪ ਹੀ ਬਾਹਰ ਨਿਕਲਦੀਆਂ ਰਹਿੰਦੀਆਂ ਆ। ਕੁਝ ਰੇਸ ਨੇ, ਕਿਰਨਾਂ ਨੇ, ਉਹ ਆਪਣੇ ਆਪ ਹੀ ਬਾਹਰ ਆਉਂਦੀਆਂ ਪਈਆਂ, ਤਾਂ ਕਰਕੇ ਇਹਨੂੰ ਕਹੀਦਾ ਰੇਡੀਓ ਐਕਟਿਵ। ਐਕਟਿਵ ਆ, ਆਪਣੇ ਆਪ ਹੀ ਰੇਸ ਬਾਹਰ ਆਉਂਦੀ ਆ। ਇਹ ਰੇਸ ਜਿਹੜੀਆਂ ਵਾ ਜਿੱਧਰ ਮਰਜ਼ੀ ਤੁਰੀਆਂ ਜਾਂਦੀਆਂ, ਇਹਨਾਂ ਨੂੰ ਆਪਾਂ ਇੱਕ ਦਿਸ਼ਾ ਵਿੱਚ ਭੇਜਣਾ। ਇਹਦੇ ਪਾਥ ਅੱਗੇ ਰਸਤੇ ਦੇ ਵਿੱਚ ਆਪਾਂ ਕਿੰਨਾਂ ਨੂੰ ਰੱਖਿਆ? ਲੈਡ ਬ੍ਰਿਕਸ ਨੂੰ। ਆ ਕੁਝ ਬ੍ਰਿਕ ਦੀ ਸ਼ੇਪ ਦੇ ਟੁਕੜੇ ਜੇ ਆ ਲੈਡ ਦੇ, ਲੈਡ ਬ੍ਰਿਕਸ। ਲੈਡ ਬ੍ਰਿਕਸ ਦਾ ਕੰਮ ਕੀ ਹੈਗਾ ਵਾ? ਇਹਨਾਂ ਨੂੰ ਇੱਕ ਡਾਇਰੈਕਸ਼ਨ ਦੇ ਵਿੱਚ ਭੇਜਣਾ। ਜਿਹੜੀ ਤੇ ਰੇ ਉਲਟੀ ਦਿਸ਼ਾ 'ਚ ਜਾਣ ਦੀ ਇਹ 'ਚ ਅਬਜ਼ੋਰਬ ਹੋ ਜਾਣੀ, ਤੇ ਜਿਹੜੀਆਂ ਸਿੱਧੀਆਂ ਵਾ ਉਹ ਇਹਨਾਂ ਦੇ ਵਿੱਚੋਂ ਇੱਦਾਂ ਪਾਸ ਹੋ ਜਾਣੀਆਂ। ਆ ਰੇਸ ਹੁੰਦੀਆਂ ਅਲਫਾ ਰੇਸ। ਅਲਫਾ ਰੇਸ ਦੇ ਉੱਪਰ ਪੋਜ਼ੀਟਿਵ ਚਾਰਜ ਹੁੰਦਾ। ਜਿੱਦਾਂ ਬਿਸਮਥ ਆ, ਬਿਸਮਥ ਦੇ ਪੈਰ 'ਚ 83 ਲਿਖਿਆ, ਇਹਦਾ ਮੀਨਿੰਗ ਆ ਇਹਦੇ ਕੋਲ 83 ਪ੍ਰੋਟੋਨ ਆ ਤੇ 83 ਇਲੈਕਟ੍ਰੋਨ ਆ। 83 ਪ੍ਰੋਟੋਨ ਤੇ 83 ਇਲੈਕਟ੍ਰੋਨ। ਆਪਾਂ ਸਾਰੇ ਇਲੈਕਟ੍ਰੋਨ ਕੱਢ ਤੇ ਇਕੱਲੇ ਪ੍ਰੋਟੋਨ ਰਹਿਣ ਤੇ ਪ੍ਰੋਟੋਨ ਕੱਲੇ ਅਲਫਾ ਰੇਸ ਹੀ ਹੁੰਦੀਆਂ। ਠੀਕ ਆ, ਇਹ ਅਲਫਾ ਰੇਸ ਜਾਣਗੀਆਂ। ਅੱਗੇ ਆਪਾਂ ਇੱਕ ਐਟਮ ਲੈਣਾ, ਕਿਉਂਕਿ ਇਸ ਐਕਸਪੈਰੀਮੈਂਟ ਦੇ ਵਿੱਚ ਕਾਹਦੀ ਸਟੱਡੀ ਕਰਨੀ? ਐਟਮ ਦੀ ਸਟੱਡੀ ਆਫ ਐਟਮ। ਐਟਮ ਆਪਾਂ ਉਹ ਲਈਏ ਜਿਹੜਾ ਬਹੁਤ ਜ਼ਿਆਦਾ ਮੈਲੀਏਬਲ ਹੋਵੇ, ਜਿਹੜਾ ਇੱਥੇ ਪਿਆ ਪਤਾ ਨਾ ਲੱਗੇ, ਸਾਨੂੰ ਦਿਖੇ ਨਾ। ਉਹ ਐਟਮ ਕਿਹੜਾ ਹੁੰਦਾ? ਗੋਲਡ ਐਟਮ। ਗੋਲਡ ਐਟਮ, ਗੋਲਡ ਦਾ ਸਿੰਬਲ ਹੁੰਦਾ AU, ਤੇ ਇਹਦਾ ਐਟੋਮਿਕ ਨੰਬਰ ਕਿੰਨਾ ਹੁੰਦਾ? 79। 79 ਦਾ ਮੀਨਿੰਗ ਕੀ ਆ? ਇਹਦੇ ਕੋਲ 79 ਹੀ ਇਲੈਕਟ੍ਰੋਨ ਆ ਤੇ 79 ਹੀ ਪ੍ਰੋਟੋਨ ਆ। ਠੀਕ ਹੈ, 79 ਹੀ ਪਲੱਸ ਤੇ 79 ਹੀ ਮਾਈਨਸ। ਇੱਥੇ ਗੋਲਡ ਹੀ ਕਿਉਂ ਲਿਆ? ਕੋਈ ਹੋਰ ਆਇਰਨ ਕਿਉਂ ਨਹੀਂ ਲਿਆ? ਅਲਮੀਨੀਅਮ ਕਿਉਂ ਨਹੀਂ ਲਿਆ? ਗੋਲਡ ਨੂੰ ਲੈਣ ਦਾ ਕਾਰਨ ਕੀ ਆ? AU ਨੂੰ ਇਹਦੀ ਥਿਕਨੈਸ ਜਿਹੜੀ ਹੁੰਦੀ ਆ ਇਹ 10⁻⁻7 ਮੀਟਰ ਤੱਕ ਹੁੰਦੀ। ਆਪਾਂ ਨੂੰ ਕਿੱਥੋਂ ਤੱਕ ਦੇਖਦਾ? 10⁻⁻4 ਤੱਕ। ਆਪਾਂ ਅੱਖਾਂ ਦੇ ਨਾਲ ਕਿੱਥੋਂ ਤੱਕ ਦੇਖ ਸਕਦੇ? ਕਿੰਨਾ ਕੁ ਛੋਟਾ ਦੇਖ ਸਕਦੇ? 10⁻⁻4 ਤੱਕ। ਤੇ ਜੇਕਰ ਆਪਾਂ ਮਾਈਕਰੋਸਕੋਪ ਨਾਲ ਦੇਖੀਏ 10⁻⁻6 ਤੱਕ। ਤੇ ਇਹ ਕਿੱਥੇ ਆ? ਹੋਰ ਛੋਟਾ 10⁻⁻7 ਅੱਗੇ ਪਿਆ ਦਿਖਦਾ ਹੀ ਨਹੀਂ।
ਜਿੱਦਾਂ ਸਾਡੇ ਅੱਗੇ 골ਡ ਪਿਆ ਹੋਵੇ ਉਹਨੂੰ ਇੰਨਾ ਪਤਲਾ ਕਰਤਾ ਸਾਨੂੰ ਵਿਜ਼ੀਬਲ ਹੀ ਨਹੀਂ ਹੈਗਾ, ਇੰਨਾ ਮੈਲੀਏਬਲ ਹੁੰਦਾ ਇਹ। ਠੀਕ ਹੈ, ਇਹ ਹੁੰਦਾ 10 to the power -7 2.1 ਇੰਟੂ 10 to the power -7 ਮੀਟਰ ਤੱਕ। ਇਸ ਤੋਂ ਬਾਅਦ ਅੱਗੇ ਕੀ ਰੱਖਿਆ ਗਿਆ, ਇੱਕ ਰਾਊਂਡ ਸ਼ੇਪ ਦਾ ਸਰਫੇਸ ਸੀ ਜਿਹਦੇ ਉੱਪਰ ਇੱਕ ਲਾਇਆ ਗਿਆ ਡਿਟੈਕਟਰ, ਇੱਕ ਰੋਟੇਟਿੰਗ ਡਿਵਾਈਸ ਸੀ ਜਿਹਨੂੰ ਅੱਗੋਂ ਪੇਂਟ ਕੀਤਾ ਗਿਆ ਸੀ। ਕਾਹਦੇ ਨਾਲ ਪੇਂਟ ਕੀਤਾ ਗਿਆ ਸੀ? ZnS ਨਾਲ, ਜ਼ਿੰਕ ਸਲਫਾਈਡ ਨਾਲ। ਜ਼ਿੰਕ ਸਲਫਾਈਡ, ਜ਼ਿੰਕ ਸਲਫਾਈਡ ਹੀ ਕਿਉਂ ਲਿਆ? ਇਹ ਹੁੰਦਾ ਫਲੋਰੋਸੈਂਟ ਮਟੀਰੀਅਲ। ਇਹ ਜਿਹੜੀ ਪਲੇਟ ਹੁੰਦੀ ਨਾ ਜ਼ਿੰਕ ਦੀ, ਇਹਦੇ ਉੱਪਰ ਜੇਕਰ ਕੋਈ ਰੇਸ ਪੈਂਦੀ ਆ, ਰੇ ਸਟਰਾਈਕ ਕਰਦੀ, ਇਹਦੇ ਤੇ ਇੱਕ ਦਾਗ ਪੈ ਜਾਂਦਾ, ਮੋਮੈਂਟਰੀ ਇੱਕਦਮ ਦਾਗ ਪੈ ਜਾਣਾ, ਚਮਕ ਵਾਲਾ ਬ੍ਰਾਈਟ ਸਪੌਟ ਪੈਂਦਾ। ਆਪਾਂ ਇਹਨੂੰ ਜ਼ਿੰਕ ਸਲਫੇਟ ਨਾਲ ਹੀ ਪੇਂਟ ਕਿਉਂ ਕੀਤਾ? ਕਿਉਂਕਿ ਜਦੋਂ ਵੀ ਇਹਦੇ ਤੇ ਰੇ ਪਊਗੀ ਇਹਦੇ ਤੇ ਦਾਗ ਪਈ ਜਾਣੇ ਤੇ ਸਾਨੂੰ ਪਤਾ ਲੱਗੀ ਜਾਣਾ ਵੀ ਰੇਸ ਪੈਂਦੀਆਂ ਪਈਆਂ ਨੇ। ਜੇ ਦਾਗ ਨਹੀਂ ਪੈਂਦੇ ਤੇ ਕੋਈ ਰੇ ਇਹ ਤੇ ਹਿੱਟ ਨਹੀਂ ਕਰਦੀ ਪਈ। ਤੇ ਇਹ ਡਿਟੈਕਟਰ ਮੂਵੇਬਲ ਹੁੰਦਾ ਵਾ, ਇਹਨੂੰ ਇੱਥੇ ਵੀ ਤੁਸੀਂ ਖੜ ਸਕਦੇ, ਰੋਟੇਟ ਕਰਾ ਕੇ ਐਂਗਲ ਜਿੰਨੇ ਨਾ ਮਰਜੀ, ਇਸ ਜਗ੍ਹਾ ਤੇ ਵੀ ਲੈ ਕੇ ਜਾ ਸਕਦੇ। ਲਾਸਟ ਤੇ ਆਪਣਾ ਇੱਕ ਗ੍ਰਾਫ ਬਣਨਾ ਜੇ, ਜਿਹਦੇ ਵਿੱਚ ਆਪਾਂ ਇਹੋ ਚੀਜ਼ਾਂ ਨੋਟ ਕਰਨੀਆਂ। ਇੱਕ ਬੰਨੇ ਆਪਾਂ ਲਿਖਣਾ ਥੀਟਾ। ਥੀਟਾ ਕਿਉਂ ਲਿਖਦੇ ਪਏ ਆਪਾਂ? ਕਿਉਂਕਿ ਆਪਾਂ ਇਹਨੂੰ ਰੋਟੇਟ ਕਰਾਉਣੇ ਪਏ। ਠੀਕ ਹੈ ਨਾ, ਇਹਨੂੰ ਰੋਟੇਟ ਕਰਾ ਕੇ ਜੇਕਰ ਤੁਸੀਂ ਕੀਤਾ ਕਿ ਇੱਥੋਂ ਤੱਕ ਹੋਵੇ, ਇਹਨੂੰ ਇੱਥੇ ਵੀ ਲੈ ਕੇ ਆ ਸਕਦੇ ਤੁਸੀਂ। ਆ ਜਿਹੜਾ ਸਰਫੇਸ ਆ ਇਹ ਇੱਥੋਂ ਤੱਕ ਹੋਣਾ, ਇਹਨੂੰ ਇੱਥੇ ਵੀ ਲੈ ਕੇ ਆ ਸਕਦੇ, ਇੱਥੋਂ ਤੱਕ ਵੀ ਖੜ ਸਕਦੇ 180 ਡਿਗਰੀ ਤੇ ਵੀ। ਆ 180 ਡਿਗਰੀ ਹੋ ਗਿਆ, ਆ 0 ਡਿਗਰੀ ਹੋ ਗਿਆ, ਇੱਥੇ 90 ਡਿਗਰੀ ਹੋ ਗਿਆ। ਇੰਨਾ ਕਲੀਅਰ ਹੋ ਜਾਂਦਾ। ਇੱਧਰ ਐਂਗਲ ਆਉਣਾ ਜੇ 0 ਡਿਗਰੀ 20 ਡਿਗਰੀ 40 ਡਿਗਰੀ 60 ਡਿਗਰੀ 80 ਡਿਗਰੀ 90 ਡਿਗਰੀ ਇਹੋ ਜਿਹਾ। ਤੇ ਇੱਧਰ ਆਉਣੀ ਗਿਣਤੀ। ਆਪਾਂ ਵੇਖਣਾ ਵੀ 2 ਦਾਗ ਪੈਂਦੇ, 3 ਪੈਂਦੇ, 10 ਪੈਂਦੇ, 1 ਲੱਖ ਪੈਂਦਾ, ਕਿੰਨੇ ਸਪੌਟ ਪੈਂਦੇ। ਆਪਾਂ ਕਾਊਂਟ ਕਰਨਾ ਵੀ 10 ਸਪੌਟ ਪਏ, 10 ਦੀ ਪਾਵਰ 1 10 ਹੋ ਗਏ, 100 ਸਪੌਟ ਪਿਆ 10 ਦੀ ਪਾਵਰ 2 1000 ਦਾਗ ਪਏ 10,000 ਹੋ ਗਏ, 1 ਲੱਖ ਹੋ ਗਿਆ, 10 ਲੱਖ ਹੋ ਗਿਆ, 1 ਕਰੋੜ ਹੋ ਗਿਆ। ਇੱਦਾਂ ਆਪਾਂ ਨੋਟ ਕਰਾਂਗੇ। ਇੰਨਾ ਕੁ ਸਮਝ ਲੱਗਦਾ ਨਾ? ਠੀਕ ਹੈ, ਹੁਣ ਆ ਸਾਰੀਆਂ ਰੇਸ ਸਿੱਧਾ ਰਸਤਾ ਹੋ ਗਿਆ। ਜਦੋਂ ਰੇਸ ਇੱਥੇ ਪਹੁੰਚਦੀਆਂ ਐਟਮ ਕੋਲ, ਕੀ ਨੋਟ ਕੀਤਾ ਗਿਆ ਵੀ ਰੇਸ ਜਿਹੜੀਆਂ ਡਿਫਲੈਕਟ ਹੋ ਗਈਆਂ, ਇੱਥੇ ਸਪੌਟ ਪੈਂਦਾ ਸੀ। ਕੁਝ ਰੇਸ ਜਿਹੜੀਆਂ ਵਾ ਉਹ ਜਿੱਦਾਂ ਆ ਰੇ ਵਾ, ਹੋ ਸਕਦਾ ਇਹ ਡਿਫਲੈਕਟ ਹੋਵੇ ਨਾ, ਇਹ ਸਿੱਧਾ ਪਾਸ ਕਰ ਗਈ ਜੇ ਡਿਟੈਕਟਰ ਇੱਥੇ ਹੀ ਸਪੌਟ ਪੈਂਦੇ ਸੀ। ਕਿੰਨੀਆਂ ਰੇਸ ਜਿਹੜੀਆਂ ਸੀ ਉਹ ਇਹਦੇ ਵਿੱਚੋਂ ਪੈਰਲਲ ਇੱਦਾਂ ਸਿੱਧੀਆਂ ਚੱਲ ਗਈਆਂ ਤੇ ਕੁਝ ਕਿਸੇ ਐਂਗਲ ਤੇ ਮੁੜ ਗਈਆਂ। ਇੱਕ ਰੇ ਹੀ ਜਿਹੜੀ ਇੱਥੇ ਗਈ ਤੇ ਬਾਉਂਸ ਬੈਕ ਹੋ ਗਈ। ਜਿੱਦਾਂ 8000 ਰੇਸ ਹੋਣ ਅਲਫਾ ਰੇਸ, ਉਹਦੇ ਵਿੱਚੋਂ ਇੱਕ ਰੇ ਜਿਹੜੀ ਆ ਉਹ ਵਾਪਸ ਆਈ ਸੀ, ਸਿਰਫ ਇੱਕ ਰੇ। ਤੇ ਉਹ ਇੱਕ ਰੇ ਨੂੰ ਭੇਜਿਆ ਕਿੰਨੇ ਹੀ, ਫਿਰ ਕਨਕਲੂਜਨ ਕੀ ਨਿਕਲੀ ਵੀ ਇੱਥੇ ਕੋਈ ਪੋਜ਼ਿਟਿਵ ਚਾਰਜ ਆ। ਅਲਫਾ ਰੇ ਤੇ ਵੀ ਕਿਹੜਾ ਚਾਰਜ, ਜੇ ਇੱਥੇ ਵੀ ਪੋਜ਼ਿਟਿਵ ਹੋਵੇ ਤੇ ਉਹਨੇ ਰਿਪੈਲ ਕਰਤਾ। ਤੇ ਇਹੋ ਪਲੱਸ ਜਿਹੜਾ ਅਲਫਾ ਤੇ ਪਲੱਸ ਚਾਰਜ, ਜੇ ਇੱਥੇ ਪੋਜ਼ਿਟਿਵ ਪਲੱਸ ਨੂੰ ਰਿਪੈਲ ਕਰਦਾ ਪਿਆ, ਕਿਸੇ ਐਂਗਲ ਤੇ ਡਿਫਲੈਕਟ ਹੁੰਦੇ ਪਏ। ਠੀਕ ਆ, ਆਪਾਂ ਕੀ ਨੋਟ ਕੀਤਾ? ਦੇਖੋ ਜਿਹੜਾ ਤੇ ਸੈਂਟਰ ਹੀ ਇੱਥੋਂ ਬੜੀਆਂ ਰੇਸ ਪਾਸ ਕੀਤੀਆਂ ਇੱਥੇ ਆਈਆਂ ਵੀ ਜਦੋਂ ਇਹ ਹੈਗਾ 0 ਡਿਗਰੀ ਤੋਂ ਲੈ ਕੇ 20 ਡਿਗਰੀ ਤੱਕ, 20 ਡਿਗਰੀ ਤੱਕ 0 ਤੋਂ 20 ਤੱਕ ਤੇ ਹਾਈਐਸਟ ਨੰਬਰ ਆਫ ਸਪੌਟ ਆਪਾਂ ਨੋਟ ਕੀਤੇ। ਕਿੰਨੇ ਸਪੌਟ ਨੋਟ ਕੀਤੇ? 10 to the power 7। ਜਿੱਦਾਂ ਜਿੱਦਾਂ ਆਪਾਂ ਇਹਨੂੰ ਇੱਥੇ ਲੈਣ ਦਾ, ਮੰਨ ਲਓ 40 ਡਿਗਰੀ ਤੇ ਸਿਰਫ 1-2 ਹੀ ਆਏ। ਜਿੱਦਾਂ ਆ ਰੇਸ ਆਈਆਂ 1-2 ਨਹੀਂ ਕਹਿ ਸਕਦੇ ਆਪਾਂ। ਜੇਕਰ ਆਪਾਂ ਇੱਥੇ ਆ ਜਾਾਂਗੇ ਇਹ ਨੰਬਰ ਘਟ ਗਏ, 7 ਤੋਂ ਕਿੰਨੇ ਰਹਿ ਗਏ? 6। ਹੋਰ ਆਪਾਂ ਇਹਨੂੰ ਐਂਗਲ ਇੱਥੇ ਲੈਣ ਦਾ, ਇਸ ਜਗ੍ਹਾ ਤੇ ਹੋਰ ਗਿਣਤੀ ਘਟ ਗਈ, ਘੱਟ ਰੇਸ ਆਈਆਂ। ਜਿੰਨਾ ਤੁਸੀਂ ਅੱਗੇ ਵਧੀ ਜਾਓਗੇ ਆਹ ਪੁਆਇੰਟ ਨੇ ਥੱਲੇ ਆਈ ਜਾਣਾ, 10 ਦੀ ਪਾਵਰ 5 ਤੇ ਆ ਗਿਆ। ਜੇ ਤੁਸੀਂ 80 ਤੇ ਪਹੁੰਚਦੇ, ਇੱਥੇ 90 ਤੇ ਪਹੁੰਚਦੇ, ਇੱਥੇ ਇਹ ਇਦਾਂ ਦਾ ਕਰਵ ਜਿਹਾ ਬਣਨਾ ਜੇ। ਠੀਕ ਹੈ, ਸਮਝ ਲੱਗ ਜੂਗਾ ਨਾ? ਗ੍ਰਾਫ ਬਣ ਗਿਆ, ਡਾਇਗਰਾਮ ਬਣ ਗਈ। ਇਹ ਦੋਵੇਂ ਚੀਜ਼ਾਂ ਬਣਾਓ, ਫਿਰ ਇਹਦੇ ਮੇਨ ਪੁਆਇੰਟ ਆਪਾਂ ਨੋਟ ਕਰ ਲੈਂਦੇ ਵੀ ਬਿਸਮਥ ਲਿਆ ਆਪਾਂ। ਵੈਸੇ ਇੱਥੇ ਮੈਂ ਦੱਸ ਹੀ ਦਿੱਤਾ ਚੀਜ਼ਾਂ, ਹੋਰ ਜੇ ਕੋਈ ਚੀਜ਼ ਲਿਖਾਉਣ ਵਾਲੀ ਦੱਸ ਦਿੰਦਾ, ਬਣਾ ਲਓ ਇਹ ਚੀਜ਼ਾਂ। ਰਿਪੀਟ ਨਾਲ ਕਰਦੇ ਤੇ ਨਾਲ ਨੋਟ ਵੀ ਕਰਦੇ ਚੀਜ਼ਾਂ।
ਇਹਦਾ ਤੁਸੀਂ ਵੀ ਲਿਖੋ ਨਾਲ ਨਾਲ ਪੁਆਇੰਟ, ਆਪੇ ਸਮਝ ਲੱਗੀ ਜਾਣੇ। ਫਸਟ ਪੁਆਇੰਟ ਲਿਖਿਓ। ਫਸਟ ਪੁਆਇੰਟ ਇਹਦੇ ਵਿੱਚ ਲਿਖੋ ਰੇਡੀਓ ਐਕਟਿਵ ਸੋਰਸ ਕਿਹੜਾ ਲਿਆ? ਬਿਸਮਥ। ਰੇਡੀਓ ਐਕਟਿਵ ਸੋਰਸ ਇਹ ਕਿਹੜਾ ਵਾ? ਬਿਸਮਥ। ਤੇ ਬਿਸਮਥ ਦਾ ਆ ਚੀਜ਼ਾਂ ਬਾਰ-ਬਾਰ ਲਿਖੋਗੇ ਆਪੇ ਯਾਦ ਹੋ ਜਾਣੀਆਂ। ਇੱਧਰ ਦੇਖੋ, ਇੱਦਾਂ ਯਾਦ ਕਰ ਲਿਓ ਜਿੱਦਾਂ ਤੁਹਾਨੂੰ ਲੱਗਦਾ ਇੱਥੇ ਕਿਹੜੇ ਕਿਹੜੇ ਨੰਬਰ ਇਨਵੋਲਵ ਹੈ। ਕਿੱਦਾਂ ਯਾਦ ਕਰੀਏ ਇਹਨਾਂ ਨੂੰ ਆਪਾਂ ਯਾਦ ਕਰ ਲੈਂਦੇ। ਆ ਵੇਖੋ ਇਹਨੂੰ 8 ਨੂੰ ਢੱਕੀਏ ਆਪਾਂ। 3 ਹੈਗਾ, 3 ਦਾ 4 ਹੈਗਾ, 1 1 2 3 4 1 2 3 4 4 ਜਾਣੇ ਇਨਵੋਲਵ ਆ। ਕਿਸੇ ਤਰੀਕੇ ਨਾਲ ਲਰਨ ਕਰ ਲਿਓ ਜਿਹੜਾ ਭੁਲੇਖਾ ਨਾ ਪਵੇ। 1 2 3 ਤੇ 4। ਫਿਰ ਅੱਗੇ ਕੀ ਆ ਜਾਊਗਾ? 1 2 3 4 1 2 3 4। ਹੋਰ ਕਿਤੇ ਕੋਈ ਨੰਬਰ? ਇੱਕ ਆ ਵਾ ਨੰਬਰ। ਚਲੋ ਪਹਿਲੀ ਚੀਜ਼ ਕੀ ਲਿਖ ਲਈ? ਰੇਡੀਓ ਐਕਟਿਵ ਸੋਰਸ ਕਿਹੜਾ? ਬਿਸਮਥ, ਜਿਹਦਾ ਐਟੋਮਿਕ ਨੰਬਰ 83 ਤੇ ਭਾਰ ਕਿੰਨਾ? 214। ਤੇ ਆਪਾਂ ਸਿਰਫ ਇਹਦੇ ਪ੍ਰੋਟੋਨ ਲੈਣੇ, ਆਪਾਂ ਇਲੈਕਟ੍ਰੋਨ ਨਹੀਂ ਲੈਣੇ। ਪ੍ਰੋਟੋਨ ਵਾਲੀਆਂ ਨੂੰ ਹੀ ਆਪਾਂ ਅਲਫਾ ਰੇਸ ਕਹੀਦਾ। ਅਲਫਾ ਰੇਸ ਹੁੰਦੀਆਂ ਪੋਜ਼ਿਟਿਵਲੀ ਚਾਰਜ ਰੇਸ। ਇਹ ਅਲਫਾ ਰੇਸ ਨਿਕਲਦੀਆਂ ਪਈਆਂ, ਇਹਨਾਂ ਨੂੰ ਸਿੱਧਾ ਕਿੰਨੇ ਕੀਤਾ? ਲੈਡ ਬ੍ਰਿਕਸ ਨੇ। ਤੇ ਜੇ ਆਹ ਲਾਈਨ ਵੀ ਆਪਾਂ ਲਿਖੀਏ, ਦੂਜਾ ਪੁਆਇੰਟ ਪਾਓ। ਲੈਡ ਬ੍ਰਿਕਸ ਲਿਖੋ ਨਾਲ ਨਾਲ। ਲੈਡ ਬ੍ਰਿਕਸ ਕੋਲੀਮੇਟ ਹੁੰਦਾ ਇੱਕ ਡਾਇਰੈਕਸ਼ਨ ਦੇ ਵਿੱਚ, ਉਹਨਾਂ ਨੂੰ ਲੈ ਕੇ ਆਉਣਾ ਕੋਲੀਮੇਟ। ਲੈਡ ਬ੍ਰਿਕਸ ਕੋਲੀਮੇਟ ਦਾ ਅਲਫਾ ਪਾਰਟੀਕਲ। ਕੋਲੀਮੇਟ ਇਹਦਾ ਮਤਲਬ ਹੁੰਦਾ ਇੱਕ ਡਾਇਰੈਕਸ਼ਨ ਦੇ ਵਿੱਚ ਲੈ ਕੇ ਆਉਣਾ ਉਹਨਾਂ ਨੂੰ। ਲੈਡ ਬ੍ਰਿਕਸ ਕੋਲੀਮੇਟ ਦਾ ਅਲਫਾ ਪਾਰਟੀਕਲ that is in one direction। ਦੋ ਪੁਆਇੰਟ ਪਤਾ ਲੱਗ ਗਏ। ਉਸ ਤੋਂ ਬਾਅਦ ਦੇਖੋ ਇੱਥੋਂ ਸ਼ੁਰੂਆਤ ਹੋਈ, ਇਹਦੇ ਚੋਂ ਰੇਸ ਨਿਕਲੀਆਂ, ਉਹਨਾਂ ਨੂੰ ਇੱਕ ਦਿਸ਼ਾ ਵਿੱਚ ਕਰਤਾ ਤੇ ਆਪਾਂ ਲਿਖ ਵੀ ਲਿਆ। ਤੇ ਅੱਗੇ ਕਿਹੜੀ ਚੀਜ਼ ਆਉਂਦੀ? ਗੋਲਡ ਐਟਮ। ਤੇ ਗੋਲਡ ਐਟਮ ਹੀ ਕਿਉਂ ਲਿਆ? ਕੋਈ ਹੋਰ ਕਿਉਂ ਨਹੀਂ ਲਿਆ? ਕਿਉਂਕਿ ਇਹ ਹਾਈਲੀ ਮੈਲੀਏਬਲ ਆ। ਇਹਨੂੰ ਆਪਾਂ ਬੜਾ ਪਤਲਾ ਕਰ ਸਕਦੇ, ਇੰਨਾ ਪਤਲਾ ਵੀ ਸਾਡੇ ਸਾਹਮਣੇ ਪਿਆ ਵੀ ਸਾਨੂੰ ਨਹੀਂ ਦਿਖਦਾ। ਠੀਕ ਹੈ। ਤੀਸਰੀ ਚੀਜ਼ ਇਹ ਲਿਖ ਲੈਂਦੇ ਆਪਾਂ, ਥਿਕਨੈਸ ਆਫ ਗੋਲਡ ਇਜ਼ 2.1 into 10 to the power -7 meter। 2.1 into 10 to the power -7 meter। ਉਸ ਤੋਂ ਬਾਅਦ ਗੋਲਡ ਬਾਰੇ ਆਪਾਂ ਗੱਲ ਕਰ ਲਈ। ਤੇ ਇੱਥੇ ਆ ਚੀਜ਼ਾਂ ਹੋਣ ਕੀ ਡੈ ਪਿਆ? ਕੁਝ ਪਰੇ ਜਾਣ ਡੈ ਪਿਆ, ਕੁਝ ਇਸ ਤਰ੍ਹਾਂ ਕੁਝ ਇਸ ਤਰ੍ਹਾਂ। ਇਹਨੂੰ ਕਹੀਦਾ ਸਕੈਟਰਿੰਗ, ਖਿੱਲਰ ਜਾਣਾ। ਇੱਥੇ ਕੀ ਹੋਣ ਡੈ ਪਈ? ਸਕੈਟਰਿੰਗ। ਕਿੰਨਾ ਦੀ ਸਕੈਟਰਿੰਗ ਹੋਣ ਡੈ ਪਈ? ਅਲਫਾ ਰੇਸ ਦੀ। ਕਿ ਇੱਕੋ ਐਂਗਲ 'ਤੇ ਕਿ ਡਿਫਰੈਂਟ ਐਂਗਲ 'ਤੇ? ਡਿਫਰੈਂਟ 'ਤੇ। ਕੋਈ ਸਿੱਧੀਆਂ ਜਾਂਦੀਆਂ, ਕੋਈ ਕਿਸੇ ਐਂਗਲ 'ਤੇ ਮੁੜ ਗਈਆਂ, ਕੋਈ ਕਿਸੇ ਬੰਨੇ ਨੂੰ ਮੁੜ ਗਈਆਂ। ਸਕੈਟਰਿੰਗ ਕਿੰਨਾ ਦੀ ਹੋਣੀ? ਸਕੈਟਰਿੰਗ ਦਾ ਮਤਲਬ ਖਿੱਲਰਨਾ, ਰੇਸ ਦਾ ਖਿੱਲਰ ਜਾਣਾ ਤੇ ਡਿਫਰੈਂਟ ਐਂਗਲ 'ਤੇ। ਠੀਕ ਹੈ, ਲਿਖ ਲਓ ਇਹ ਵੀ ਪੁਆਇੰਟ। ਸਕੈਟਰਿੰਗ ਆਫ ਅਲਫਾ ਪਾਰਟੀਕਲਸ, ਸਕੈਟਰਿੰਗ ਆਫ ਅਲਫਾ ਪਾਰਟੀਕਲਸ ਐਂਡ ਦਿਸ ਸਕੈਟਰਿੰਗ। ਤੇ ਉਹ ਸਕੈਟਰਿੰਗ ਜੇ ਆਪਾਂ ਲਿਖ ਲਿਆ ਸਕੈਟਰਿੰਗ ਆਫ ਅਲਫਾ ਪਾਰਟੀਕਲ, ਤੇ ਉਹ ਸਕੈਟਰਿੰਗ ਨੂੰ ਕਿੱਥੇ ਅਬਜ਼ਰਵ ਕੀਤਾ ਗਿਆ? ਡਿਟੈਕਟਰ ਤੇ। ਐਂਡ ਦਿਸ ਸਕੈਟਰਿੰਗ were observed through a detector consisting of ZNS screen। ਇੰਨਾ ਸਮਝ ਪੂਰਾ? ZNS ਹੀ ਕਿਉਂ ਲਿਆ? ਕਿਉਂਕਿ ਉਹ ਡਿਟੈਕਟ ਕਰ ਲੈਂਦਾ ਨਾ, ਉਹ ਫਲੋਰੋਸੈਂਟ ਮਟੀਰੀਅਲ ਹੁੰਦਾ, ਚਮਕ ਪੈਦਾ ਕਰਦਾ। ZNS ਕਿਉਂ ਲਿਆ? ਕਿਉਂਕਿ ਉਹ ਚਮਕ ਪੈਦਾ ਕਰਦਾ, ਉਹ ਮੋਮੈਂਟਰੀ ਬ੍ਰਾਈਟ ਸਪੌਟ ਬਣਾਉਂਦਾ। ਅਗਲਾ ਪੁਆਇੰਟ ਲਿਖੋ। ਦੱਸੋ ਇੱਥੋਂ ਤੱਕ ਸਮਝਿਆ? ਠੀਕ ਹੈ ਨਾ? ਅਗਲਾ ਪੁਆਇੰਟ ਲਿਖਾਵਾਂ। ਇੱਥੋਂ ਤੱਕ ਪਤਾ ਲੱਗ ਗਿਆ। ਹੁਣ ਜਦੋਂ ZNS ਤੇ ਕਿਸੇ ਨੇ ਸਟਰਾਈਕ ਕਰਨਾ ਤੇ ਇੱਕ ਸਪੌਟ ਬਣਨਾ, ਬਸ ਉਹ ਲਿਖਣਾ ਜੀ। ਵੇਖੋ ਕੀ ਲਿਖਣਾ ਮੈਚ ਕਰਦਾ। ਐਵਰੀ ਅਲਫਾ ਰੇ ਸਟਰਾਈਕ ਔਨ ZNS ਸਕਰੀਨ
क्रिएट अ मोमेंटरी ब्राइट स्पॉट। ठीक है ना, लिखो इनू एवरी अल्फा पार्टिकल विद स्ट्राइक ZNS स्क्रीन, विद स्ट्राइक ZNS स्क्रीन गिव्स अ मोमेंटरी ब्राइट स्पॉट। उस मूवमेंट ते एक चमक जी पैदा हुंदी है, गिव्स अ मोमेंटरी ब्राइट स्पॉट। स्पॉट SPOT। इन्हां जो भी तुसीं आ लिखे पॉइंट, इन्हां तो थले कनकलूजन लिख लो, कनकलूजन लिख लो, रिजल्ट लिख लो। कनकलूजन का मतलब रिजल्ट ही हुंदा, की रिजल्ट निकलिया। इधर ध्यान दिओ, तुहानूं आपां जिहड़ा एक्सपैरीमेंट कीता इह किहदी स्टडी कीती एटम दी, ते की नतीजा निकलदा, एटम किस तरह दा वा। एटम दे विच खाली जगह ज़्यादा, खाली जगह ज़्यादा ताइयों ते रेस जांदियां पईयां, ते इनसाइड की आ एक हैवी पॉजिटिव चार्ज जिन्हें एक रे नूं पिछे भेजता। ठीक है, एक अंदाजा जिहा लाया गया भी 8000 विचों एक अद्धी वापस जाती है। पहली कनकलूजन की आ, मोस्ट ऑफ द पार्ट ऑफ एटम इज एम्प्टी। ज़्यादा हिस्सा एटम का की हैगा एम्प्टी, ताइयों ज़्यादा नंबर सानू लभदे ना 10 टू दी पावर 7। लिखो पहला पॉइंट कनकलूजन, मोस्ट ऑफ द पार्ट ऑफ एटम आर एम्प्टी, मोस्ट ऑफ द पार्ट ऑफ एटम आर एम्प्टी। दूसरी कंक्लूजन, स्ट्रेंथ दैट रीबाउंड स्ट्रेंथ दैट रीबाउंड अल्फा पार्टिकल कॉल्ड न्यूक्लियस, स्ट्रेंथ दैट रीबाउंड अल्फा पार्टिकल कॉल्ड न्यूक्लियस। दूजा पॉइंट पता लगा, स्ट्रेंथ हुंदा ताकत, जिस ताकत ने अल्फा पार्टिकल नूं वापस भेजता, रीबाउंड करता, उस ताकत नूं आपां की कहांगे, न्यूक्लियस। ग्राफ समझ ही ना, ये अपना पहला एक्सपैरीमेंट खत्म होया। ये इस एक्सपैरीमेंट नाल लिंक्ड ही आ चीज़ां। पहली टर्म हैगी आ इंपैक्ट पैरामीटर, इंपैक्ट पैरामीटर इनू ए ना डिनोट करीदा। दूसरी टर्म हैगी आ डिस्टेंस ऑफ क्लोजेस्ट अप्रोच, इनू आपां बी ना डिनोट करीदा। इंपैक्ट पैरामीटर नू बी ना डिनोट करीदा, इनू डी ना डिनोट करांगे। दोवें पहलों डायग्रामां तो समझो, फिर इनू लिखते हैं। एहो चीज़ मैं पूरी डायग्राम नहीं बनाउण लगा, पर आ वेखियो आपां इत्थे गोल्ड एटम बनाया ही,
तो इत्थे उहदा कोई ना कोई न्यूक्लीयस ही। इंपैक्ट पैरामीटर की हुंदा अल्फा रेस इहदे अल जदों मूव कीतियां डिफलैक्ट हो गई किसी ना किसी एंगल ते, मैं एक अद्धी अल्फा रेस बनाना पिया वा, इहदे तो ही पता लग जाना आ जिहड़ा डिस्टेंस हुंदा इत्थों लैके इत्थों तक दा इनू भी जोड़ दिए आ डिस्टेंस जिहड़ा परपेंडिकुलर डिस्टेंस इनू कहीदा जे इंपैक्ट पैरामीटर। एक बार फिर देखियो न्यूक्लीयस गोल्ड एटम, हुण इहदे मैं सीधी पैरलल एक रे भेजदा वां अल्फा रे, इत्थे इंपैक्ट पैरामीटर की होगा आ न्यूक्लीयस, न्यूक्लीयस ते आ जिहड़ा डिस्टेंस है कोई डिस्टेंस नहीं बनता पिया, इत्थे इंपैक्ट पैरामीटर हैगा 0। जेकर आपां न्यूक्लीयस तो समझना होवे ना थोड़ा का आपां रेस सामने ना भेजिए, इत्थे भेज के देखिए आ अल्फा रेस आ न्यूक्लीयस परपेंडिकुलर डिस्टेंस इनू भी इदां वधाया, आ जिहड़ा डिस्टेंस आ 90 डिग्री वाला इन्ना क इनू कहीदा इंपैक्ट पैरामीटर। डिस्टेंस डिस्टेंस के परपेंडिकुलर डिस्टेंस, परपेंडिकुलर डिस्टेंस बिटवीन न्यूक्लीयस एंड अल्फा रेस, इनू की बोलांगे आपां परपेंडिकुलर डिस्टेंस बिटवीन न्यूक्लीयस एंड अल्फा रेस, इन्हों बोली दा इंपैक्ट पैरामीटर। समझिया? ठीक है। डिस्टेंस ऑफ क्लोजेस्ट अप्रोच की हैगा, फिर आपां गोल्ड एटम बनाया, अल्फा रेस इत्थों तक गई, एक रे जिहड़ी बाउंस बैक हुंदी उहनूं बढ़ावांगे, ये रे पहुँचती आ इत्थों मोड़ आउंदी वापस, बाउंस बैक हो गई, एक किन्ना क डिस्टेंस किन्ना क क्लोज गई उहनूं कहीदा डिस्टेंस ऑफ क्लोजेस्ट अप्रोच। जिहड़ी अल्फा रे वा वो न्यूक्लीयस के किन्ना क क्लोज चल जाके फिर मुड़दी, हिट करके नहीं मुड़दी, इत्थे भी प्लस आ, प्लस इत्थों तक पहुँच गया तो रिपैल हो गया, ये किन्ना क नेड़े पहुँच गई उन्होंने कहीदा डिस्टेंस ऑफ क्लोजेस्ट अप्रोच। मिनीमम डिस्टेंस है ना, मिनीमम डिस्टेंस बिटवीन न्यूक्लीयस एंड अल्फा रेस, इट इज़ द मिनीमम डिस्टेंस बिटवीन न्यूक्लीयस एंड अल्फा रेस, ये हुंदा डिस्टेंस ऑफ क्लोजेस्ट अप्रोच। इट इज़ द मिनीमम डिस्टेंस केदे विचकार बिटवीन न्यूक्लीयस एंड अल्फा रेस, उन्होंने आपां बोलांगे डिस्टेंस ऑफ क्लोजेस्ट अप्रोच। दोनों समझ लगियां चीज़ां। एक चीज़ इत्थे ध्यान दिओ, इधर देखो जदों अल्फा रेस जांदियां पईयां ही इत्थे अल्फा रे रुकी हो तां ही मुड़ी, जदों अल्फा रे जांदी पई इहदे कोल वेलोसिटी हैगी, जे वेलोसिटी हैगी इहदा मतलब इहदे कोल किहड़ी एनर्जी आ, कैनेटिक एनर्जी। जदों अल्फा रेस इस तरह जांदी पई आ इहदे कोल वेलोसिटी हैगी, जे वेलोसिटी आ ते इहदे कोल किहड़ी एनर्जी आ, कैनेटिक एनर्जी। कैनेटिक एनर्जी हुंदी ना हाफ mv दा स्केयर वेलोसिटी आउंदा, इहदा मास भी हैगा, इहदे कोल वेलोसिटी भी हैगी, मतलब इहदे कोल किहड़ी एनर्जी आ, कैनेटिक एनर्जी। पर जदों इत्थे पहुंची हुण इहनूं मोड़ना पैना, रुक गया, तो ये जे रुक जाती अल्फा रेस तो यदी सारी कैनेटिक एनर्जी किच बदल जाती पोटेंशियल एनर्जी च, उत्थे कैनेटिक एनर्जी 0 होगी तो पोटेंशियल एनर्जी मैक्सीमम होगी। जिद्दां जिद्दां अल्फा रेस इत्थे पहुँचदियां वा, इत्थे पहुँचते पहुँचते इहदे कोल किहड़ी एनर्जी आ गई आ, पोटेंशियल एनर्जी, तो आ सारी एनर्जी इच बदल जाती है। ठीक है। यदि डेरीवेशन जेकर आपां करनी होवे आपां की कह सकते हैं, कैनेटिक एनर्जी किहदे इक्वल, पोटेंशियल एनर्जी दे, जदों ये डिस्टेंस ते पहुँचते हैं। कैनेटिक एनर्जी का की फार्मूला, जैनू कैनेटिक एनर्जी लिखिया रहन दिन्ने, पोटेंशियल एनर्जी का फार्मूला की हुंदा, फिजिक्स च तुसीं पढ़िया होना, करन फिजिक्स ही डहे आ वैसे, पर यदा भुलेखा क्यों पैंदा क्योंकि एटम तो न्यूक्लियस ज़्यादातर कैमिस्ट्री च हुंदे ना, फिजिक्स च आपां की पढ़िया वा हुंदी है के MgH नहीं MgH नहीं, एक फार्मूला होर हुंदा जिहड़ा आपां यूनिट 1 च कीता, के Q1 Q2 अपॉन R, ये हुंदा के Q1 Q2 अपॉन R, ते आ जिहड़ा R आ इनू किहदे नाल बदल देना आपां, D नाल, ये इहो ही आ, R जिहड़ा ये D दे बराबर ही आ, इनू इधर ले आइए, R की जगह तो D लिख दा,
K Q1 Q2 अपॉन किनेटिक एनर्जी। Q1 किन्ना, ये केड़ा एटम आ, गोल्ड एटम, ये कोल किन्ने इलैक्ट्रॉन ते प्रोटोन आ 79। आपां इत्थे लिखना 79 Q1 की जगह ते अल्फा रेस नूं आपां कल्ला कहना E। इत्थे भर दईए E ते E की हो जाऊगा E दा स्केयर। आ फार्मूला हुंदा जे डिस्टेंस ऑफ क्लोजेस्ट अप्रोच, कर लो नोट।